ਕਹਿੰਦੇ ਪ੍ਰਮਾਤਮਾ ਦੇ ਮਿਲਾਪ ਤੋਂ ਪਹਿਲਾਂ ਕੁਝ ਦਰਜੇ ਨੇ ਜਿਹੜੇ ਸਿੱਖ ਨੂੰ ਪ੍ਰਾਪਤ ਹੁੰਦੇ ਆ। ਧਿਆਨ ਦੇਣਾ, ਆਪਾਂ ਥੋੜੀ ਜਿਹੀ ਵਿਚਾਰ ਕਰਕੇ ਫਿਰ ਅੱਗੇ ਜਾਂਦੇ ਆ। ਸਭ ਤੋਂ ਪਹਿਲਾ ਜਿਹੜਾ ਦਰਜਾ ਹੈ ਨਾ ਗੁਰਮਖੋ, ਜਿਨ੍ਹਾਂ ਨੇ ਆਤਮਿਕ ਜੀਵਨ ਜਿਉਣਾ ਹੈ। ਇੱਕ ਤੇ ਆ ਬਾਹਰਲਾ ਜੀਵਨ ਹੈ ਨਾ, ਖਾਣਾ ਪੀਣਾ ਹੱਸਣਾ ਸੌਣਾ, ਜਿਹਦੇ ਵਿੱਚ ਸਭ ਕੁਝ ਚੱਲ ਰਿਹਾ। ਇੱਕ ਆਤਮਿਕ ਜੀਵਨ ਹੈ ਜਿਹਦੀ ਬਾਬਤ ਗੁਰੂ ਪਾਤਸ਼ਾਹ ਜੀ ਕਹਿੰਦੇ, ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਉਹ ਆਤਮਿਕ ਜੀਵਨ ਜਿਹੜੇ ਜਿਉਣ ਵਾਲੇ ਆ ਨਾ, ਉਹਨਾਂ ਦੇ ਜੀਵਨ ਵਿੱਚ ਸਭ ਤੋਂ ਪਹਿਲੀ ਜਿਹੜੀ ਅਵਸਥਾ ਬਣਦੀ ਹੈ ਨਾ, ਉਹ ਅਵਸਥਾ ਹੈ ਵਿਸ਼ਵਾਸ ਦੀ ਅਵਸਥਾ। ਆਪਾਂ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਰੋਜ਼ ਅਰਦਾਸ ਕਰਦੇ ਆ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਸਾਹ ਦਾਨ, ਭਰੋਸਾ ਦਾਨ। ਦੋ ਦਾਨ ਮੰਗੇ, ਇੱਕ ਵਿਸਾਹ ਤੇ ਦੂਜਾ ਭਰੋਸਾ। ਇਹਨਾਂ ਦੋਨਾਂ ਵਿੱਚ ਥੋੜਾ ਜਿਹਾ ਅੰਤਰ ਹੈ ਗੁਰਮਖੋ। ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹ ਸਭ ਤੋਂ ਪਹਿਲਾਂ ਇਸ ਗੱਲ ਨੂੰ ਮੰਨਦੇ ਨੇ ਕਿ ਪ੍ਰਮਾਤਮਾ ਹੈ। ਨਹੀਂ ਤੇ ਦੁਨੀਆ ਦਾ ਬਹੁਤ ਹਿੱਸਾ ਜਿਹੜਾ ਮੁਨਕਰ ਹੋ ਕੇ ਬੈਠਾ ਕਿ ਰੱਬ ਹੈ ਹੀ ਨਹੀਂ। ਜਿਨ੍ਹਾਂ ਤੇ ਬਖਸ਼ਿਸ਼ ਕਿਰਪਾ ਹੋ ਗਈ, ਉਹਨਾਂ ਦੇ ਅੰਦਰ ਪਹਿਲਾਂ ਇਹ ਗੱਲ, ਇਹ ਅਵਸਥਾ ਬਣਦੀ ਹੈ ਕਿ ਪ੍ਰਮਾਤਮਾ ਹੈ। ਭਰੋਸਾ ਬਣ ਗਿਆ। ਪਰ ਅਗਲੀ ਅਵਸਥਾ ਇੱਕ ਹੋਰ ਹੈ। ਉਹ ਇਹ ਤੇ ਮੰਨਦੇ ਨੇ ਕਿ ਪ੍ਰਮਾਤਮਾ ਹੈ, ਪਰ ਅਜੇ ਇਹ ਮੰਨਦੇ ਨੇ ਕਿ ਉਹ ਕਿਤੇ ਦੂਰ ਹੈ। ਹੈ ਤੇ ਜ਼ਰੂਰ, ਪਰ ਦੂਰ ਹੈ। ਜਾਂ ਉਹ ਗੁਰਦੁਆਰੇ ਵਿੱਚ ਹੈ, ਜਾਂ ਉਹ ਮੰਦਿਰ ਵਿੱਚ ਹੈ, ਜਾਂ ਉਹ ਮਸਜਿਦ ਵਿੱਚ ਹੈ, ਜਾਂ ਆਕਾਸ਼ ਵਿੱਚ ਹੈ, ਜਾਂ ਉਹ ਪਤਾਲ ਵਿੱਚ ਹੈ ਜ਼ਰੂਰ, ਪਰ ਦੂਰ ਹੈ। ਪਰ ਜਦੋਂ ਸੰਗਤ ਵਿੱਚ ਬੈਠਾਂਗੇ ਨਾ, ਹਜ਼ੂਰੀ ਵਿੱਚ ਆਵਾਂਗੇ। ਹਜ਼ੂਰੀ ਚ ਆਉਣ ਦਾ ਮਤਲਬ ਕੀ ਹੈ? ਜਿਉਂ-ਜਿਉਂ ਆਪਾਂ ਸੰਗਤ ਵਿੱਚ ਬੈਠ ਕੇ ਗੁਰੂ ਦੀ ਹਜ਼ੂਰੀ ਵਿੱਚ ਆਵਾਂਗੇ, ਅੱਜ ਤੋਂ ਪਹਿਲਾਂ ਮੰਨਦੇ ਸੀ ਪ੍ਰਮਾਤਮਾ ਹੈ, ਤੇ ਨਾਲ ਕਹਿੰਦੇ ਸੀ ਪਤਾ ਨਹੀਂ ਕਿੱਥੇ ਹੈ। ਅੱਜ ਭਾਗ ਜਾਗ ਪਏ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਆਪਾ ਚੀਨੇਗਾ ਕੌਣ? ਆਪੇ ਦਾ ਤੇ ਪਤਾ ਹੀ ਨਹੀਂ ਕਿੱਥੇ ਗਵਾਚ ਗਿਆ ਹੈ। ਪਹਿਲਾਂ ਤੇ ਆਪੇ ਨੂੰ ਲੱਭ ਕੇ ਲਿਆਓ ਵੀ ਆਪਾ ਹੈ ਕਿੱਥੇ ਆ। ਅਸੀਂ ਆਪਾਂ ਪੰਜ ਤੱਤਾਂ ਦੀ ਦੇਹ ਨੂੰ ਆਪਣਾ ਆਪਾ ਮੰਨੀ ਬੈਠੇ ਆ। ਆਪਣਾ ਵਜੂਦ, ਆਪਣਾ ਆਪਾ ਕੀ ਹੈ, ਕਿੱਥੇ ਹੈ? ਸੰਗਤ ਨਹੀਂ ਗਵਾਚੀ ਗੁਰਮਖੋ। ਅੱਜ ਦਾ ਮਨੁੱਖ ਗਵਾਚਿਆ ਹੋਇਆ। ਆਪਾਂ ਗਵਾਚ ਚੁੱਕੇ ਆ। ਆਪਣੇ ਆਪ ਨੂੰ ਲੱਭ ਕੇ ਗੁਰੂ ਦੇ ਸਾਹਮਣੇ ਲਿਆਈਏ। ਆਪਾ ਚੀਨ ਕੇ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ ਵਾਲੀ ਅਵਸਥਾ ਨੂੰ ਮੰਨਣਾ। ਮੈਂ ਬੇਨਤੀ ਕਰ ਰਿਹਾ ਸੀ, ਸਭ ਤੋਂ ਪਹਿਲੀ ਜਿਹੜੀ ਅਵਸਥਾ ਹੈ ਨਾ, ਉਹ ਹੈ ਵਿਸ਼ਵਾਸ। ਜਦੋਂ ਤੁਸੀਂ ਵਰਤਮਾਨ ਵਿੱਚ ਆ ਜਾਓਗੇ, ਹੁਣੇ ਹੀ ਤੁਹਾਨੂੰ ਇਦਾਂ ਲੱਗੇਗਾ, ਹੁਣੇ ਹੀ, ਕਿ ਮੇਰੇ ਨਾਲ ਮੇਰਾ ਸਤਿਗੁਰੂ ਬੈਠਾ ਹੈ, ਮੇਰਾ ਪਿਆਰਾ ਮੇਰੇ ਕੋਲ ਬੈਠਾ ਹੈ, ਮੇਰੇ ਵੱਲ ਦੇਖ ਰਿਹਾ ਹੈ, ਮੇਰੀ ਹਰ ਗੱਲ ਨੂੰ ਸੁਣ ਰਿਹਾ ਹੈ, ਮੇਰੇ ਹਰ ਫੁਰਨੇ ਨੂੰ ਪੜ੍ਹ ਰਿਹਾ ਹੈ। ਜਦੋਂ
ਕੁਝ ਸਮਾਂ ਇਸ ਅਵਸਥਾ ਵਿੱਚ ਗੁਰੂ ਕਾ ਸਿੱਖ ਗੁਜ਼ਰਦਾ ਨਾ ਗੁਰਮੁਖੋ, ਤੇ ਉਸ ਤੋਂ ਬਾਅਦ ਫਿਰ ਅੱਗੇ ਇੱਕ ਅਵਸਥਾ ਹੋਰ ਆ ਜਾਂਦੀ ਹੈ। ਅਵਸਥਾ ਪਤਾ ਉਹਨਾਂ ਨੇ ਕੀ ਦੱਸੀ? ਪਹਿਲਾ ਸਟੈਪ ਹੈ ਵਿਸ਼ਵਾਸ ਦਾ, ਤੇ ਦੂਜੀ ਅਵਸਥਾ ਆਭਾਸ ਹੋਣ ਲੱਗ ਜਾਂਦਾ ਹੈ, ਇਸ਼ਾਰੇ ਮਿਲਣ ਲੱਗ ਜਾਂਦੇ ਨੇ, ਸੁਪਨੇ ਉਦਾਂ ਦੇ ਆਉਣ ਲੱਗ ਜਾਂਦੇ ਨੇ, ਫੁਰਨੇ ਉਦਾਂ ਦੇ ਆਉਣ ਲੱਗ ਜਾਂਦੇ ਨੇ। ਸੁੱਤਾ ਪਿਆ ਬੰਦਾ ਉਹਨਾਂ ਖਿਆਲਾਂ ਵਿੱਚ ਗਵਾਚਿਆ ਰਹਿੰਦਾ ਹੈ। ਤੁਹਾਡੇ ਵਿਗੜੇ ਹੋਏ ਕੰਮ ਆਪੇ ਸੌਰਨ ਲੱਗ ਜਾਂਦੇ ਨੇ, ਚਿਰਾਂ ਦੀ ਬਿਮਾਰੀ ਆਪਣੇ ਆਪ ਠੀਕ ਹੋਣ ਲੱਗ ਜਾਂਦੀ ਹੈ। ਉਹ ਜਿਹੜਾ ਪਰਮੇਸ਼ਰ ਹੈ ਨਾ, ਉਹ ਫਿਰ ਆਪਣੀ ਹੋਂਦ ਦਾ ਸਾਨੂੰ ਆਭਾਸ ਕਰਾਉਂਦਾ। ਸੱਜਣਾ, ਮੈਂ ਤੇਰੇ ਤੋਂ ਦੂਰ ਨਹੀਂ, ਮੈਂ ਤੇਰੇ ਨੇੜੇ ਹੀ ਹਾਂ, ਮੈਂ ਤੇਰੇ ਨੇੜੇ ਹੀ ਹਾਂ। ਬਹੁਤ ਸਾਰੀਆਂ ਸੰਗਤਾਂ ਆਪ ਜੀ ਬੈਠੇ ਹੋ, ਕਈਆਂ ਨੂੰ ਸੁਪਨਾ ਆਉਂਦਾ ਹੋਊਗਾ, ਕਈਆਂ ਨੂੰ ਕਦੇ ਝਲਕ ਮਿਲਦੀ ਹੋਊਗੀ, ਕਿਉਂਕਿ ਗੁਰਮਤਿ ਨੇ ਸੁਪਨ ਦੇ ਦਰਸ਼ਨ ਨੂੰ ਮੰਨਿਆ ਹੈ। ਸੁਪਨੈ ਉਭੀ ਭਈ ਗਇਓ ਕਿ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਆਓ ਸੁਭਾਗੀ ਨੀਂਦੜੀਏ ਮਤ ਸੌ ਦੇਖਾਂ ਸੋਏ, ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਸੁਪਨੇ ਵਿੱਚ ਝਲਕ ਮਿਲਣ ਲੱਗ ਜਾਣੀ। ਭਾਈ ਵੀਰ ਸਿੰਘ ਜੀ ਨੇ ਤੇ ਬੜੇ ਪਿਆਰੇ ਬਚਨ ਲਿਖੇ, ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾਗ ਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਕਹਿਣ ਤੋਂ ਭਾਵ ਕਿ ਉਹ ਨੇੜੇ ਹੋ ਕੇ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ। ਅੱਜ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਰੀ ਦੁਨੀਆ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਅਹਿਸਾਸ ਕਰਾਉਣ ਲੱਗੇ ਨੇ, ਸਿੱਖਾ ਮੈਂ ਕਦੇ ਤੇਰੇ ਤੋਂ ਦੂਰ ਨਹੀਂ। ਆ ਦੇਖ ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਬੰਨੇ ਲਾਉਣ ਵਾਸਤੇ ਮੈਂ ਆਪ ਆ ਰਿਹਾ। ਕੇਵਲ ਇਤਿਹਾਸ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਕੀ ਕਹਿੰਦੀ ਹੈ? ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ। ਦੇਰ ਨਹੀਂ ਲਾਉਂਦਾ। ਜੇ ਉਹਨੂੰ ਪਤਾ ਲੱਗ ਜੇ ਨਾ ਕਿ ਮੇਰੇ ਸੇਵਕ ਦੀ ਕਿਰਤ ਵਿੱਚ, ਉਹਦੇ ਕੰਮ ਵਿੱਚ ਕੋਈ ਵਿਘਨ ਪੈ ਗਿਆ, ਤੇ ਭੱਜ ਕੇ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਤੇ ਸੁਭਾਅ ਹੀ ਇਸ ਤਰ੍ਹਾਂ ਦਾ। ਗੁਰਮੁਖੋ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ, ਤਾਏ ਸਭ ਥਾਈ ਹੋਏ ਸਹਾਏ। ਉੱਥੇ ਪਹੁੰਚ ਜਾਂਦਾ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਅਜੇ ਪ੍ਰਤੱਖ ਨਹੀਂ ਹੋਇਆ, ਪਰ ਨੇੜੇ ਹੋ ਕੇ ਦਿਖਾਉਂਦਾ ਕਿ ਮੈਂ ਹੈਗਾ ਵਾਂ। ਇੱਕ ਬੇਨਤੀ ਹੋਰ ਕਰਦੇ ਹਾਂ ਗੁਰਮੁਖੋ, ਸਾਡੀ ਵਿਡੰਬਣਾ ਪਤਾ ਕੀ ਹੈ? ਆਪਾਂ ਆਪਣੇ ਵਿੱਚੋਂ ਨਹੀਂ ਉਹਨੂੰ ਦੇਖਣਾ ਚਾਹੁੰਦੇ, ਆਪਾਂ ਕਿਸੇ ਹੋਰ ਚੋਂ ਦੇਖਣਾ ਚਾਹੁੰਦੇ ਹਾਂ। ਜਦੋਂ ਕੋਸ਼ਿਸ਼ ਕਰੋਗੇ ਨਾ ਆਪਣੇ ਆਪ ਚੋਂ ਦੇਖਣ ਦੀ, ਫਿਰ ਜਦੋਂ ਮਾਂ ਆਵਾਜ਼ ਦੇਵੇਗੀ ਉਦੋਂ ਵੀ ਇਦਾਂ ਲੱਗੇਗਾ ਗੁਰੂ ਨਾਨਕ ਸਾਹਿਬ ਨੇ ਆਵਾਜ਼ ਦਿੱਤੀ ਹੈ। ਜਦੋਂ ਪਿਤਾ ਤੁਹਾਨੂੰ ਉਂਗਲੀ ਫੜ ਕੇ ਤੁਰਨਾ ਸਿਖਾਉਂਦਾ ਹੈ, ਤੁਹਾਨੂੰ ਇਦਾਂ ਲੱਗੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਿਤਾ ਦੀ ਡਿਊਟੀ ਲਾਈ ਹੈ। ਪਿੱਛੇ ਕੰਮ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਕਰ ਰਹੇ ਨੇ। ਪਿਤਾ ਦੀ ਡਿਊਟੀ ਲਾਈ ਹੈ ਕਿ ਇਸ ਰੂਹ ਨੂੰ ਪਾਲਣ ਦੀ ਡਿਊਟੀ ਤੇਰੀ ਹੈ, ਇਹਨੂੰ ਤੁਰਨਾ ਸਿਖਾ ਦੇ। ਜਦੋਂ ਵੱਡਾ ਵੀਰ ਮੋਢੇ ਤੇ ਹੱਥ ਧਰਦਾ, ਇਦਾਂ ਮਹਿਸੂਸ ਕਰੋ ਕਿ ਗੁਰੂ ਸਾਹਿਬ ਦਾ ਹੱਥ ਹੈ। ਭੈਣਾਂ ਅਸੀਸ ਦਿੰਦੀਆਂ ਨੇ, ਉਹਨਾਂ ਅਸੀਸਾਂ ਦੇ ਵਿੱਚੋਂ ਆਪਣੇ ਸਤਿਗੁਰੂ ਦੀ ਅਸੀਸ ਨੂੰ ਮਾਣੋ। ਛੋਟੇ ਜਿਹੇ ਬੱਚੇ ਦੀਆਂ ਅੱਖਾਂ ਵਿੱਚ ਦੇਖੋ, ਜਿਹੜਾ ਪਿਆਰ ਤੁਹਾਨੂੰ ਨਜ਼ਰ ਆਉਂਦਾ ਹੈ, ਉਸ ਪਿਆਰ ਦੇ ਪਿੱਛੇ ਉਹ ਪਿਆਰ ਦਾ ਸੋਮਾ ਹੈ ਜਿਹੜਾ ਚਾਰੇ ਪਾਸੇ ਫੈਲਿਆ ਹੋਇਆ। ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਹ ਪਿਆਰ ਬਣ ਕੇ ਤੇ ਫੈਲਿਆ ਹੈ।
ਕਦੇ ਮਾਂ ਰਾਹੀਂ, ਕਦੇ ਪਿਤਾ ਰਾਹੀਂ, ਕਦੇ ਬੱਚਿਆਂ ਰਾਹੀਂ। ਜਿੰਨਾ ਵੀ ਸਾਨੂੰ ਪਿਆਰ ਮਿਲ ਰਿਹਾ ਨਾ ਗੁਰਮਖੋ, ਉਹ ਪਿਆਰ ਦਾ ਸੋਮਾ ਪਰਮੇਸ਼ਰ ਆਪ ਹੈ। ਉਹ ਭੇਜ ਰਿਹਾ ਪਰਿਵਾਰ ਦੇ ਰਾਹੀਂ ਸਾਡੇ ਕੋਲ ਪਿਆਰ। ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੈ ਠਾਕੁਰ ਪੈ ਸੇਵਕ। ਹੁਣ ਇੱਥੇ ਲਿਮਟ ਖਤਮ ਕਰਤੀ ਇਸ ਪੰਕਤੀ ਨੇ। ਬਹੁਤੀ ਵਾਰੀ ਤੁਹਾਨੂੰ ਇਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਣਗੀਆਂ ਕਿ ਗੁਰੂ ਸਾਹਿਬ ਇਦਾਂ ਦੇ ਕੰਮ ਥੋੜੀ ਕਰਦੇ ਭਲਾ। ਗੁਰੂ ਸਾਹਿਬ ਤੇ ਗਿਆਨ ਦਿੰਦੇ ਆ, ਜਾਣਕਾਰੀ ਦਿੰਦੇ ਆ, ਤੁਹਾਡੀ ਮੱਤ ਖੋਲਦੇ ਆ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਜੋ ਕਹੈ, ਤੁਸੀਂ ਜੋ ਜੋ ਆਖੋਗੇ, ਜੋ ਜੋ ਮੰਗੋਗੇ, ਤੁਹਾਡਾ ਸਤਿਗੁਰੂ ਤੁਹਾਡੇ ਜੀਵਨ ਦੇ ਹਰ ਪਹਿਲੂ ਦੇ ਉੱਤੇ ਤੁਹਾਨੂੰ ਰੋਸ਼ਨੀ ਦੇਗਾ, ਤੁਹਾਡਾ ਮਦਦਗਾਰ ਬਣੇਗਾ। ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੇ। ਦੇਰੀ ਨਹੀਂ ਲਾਉਂਦਾ, ਉਹ ਛੇਤੀ ਨਾਲ ਆ ਜਾਂਦਾ, ਛੇਤੀ ਨਾਲ ਪਹੁੰਚ ਜਾਂਦਾ। ਭਾਈ ਮੱਖਣ ਸ਼ਾਹ ਨੇ ਕੀਤੀ ਅਰਦਾਸ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅੱਜ ਸੇਵਕ ਕੋ ਨਿਕਟੀ ਹੋਏ ਦਿਖਾਏ ਵਾਲੇ ਕਿਰਪਾ ਕਰ ਦਿੱਤੀ, ਉਹਦੇ ਬੇੜੇ ਨੂੰ ਬੰਨੇ ਲਾਤਾ। 4 ਅਵਸਥਾਵਾਂ ਦਾ ਜ਼ਿਕਰ ਕਰ ਰਹੇ ਸੀ ਨਾ ਆਪਾਂ। ਸਭ ਤੋਂ ਪਹਿਲੀ ਅਵਸਥਾ ਵਿਸ਼ਵਾਸ, ਉਸ ਤੋਂ ਬਾਅਦ ਆਭਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਇੱਥੇ ਆ ਕੇ ਕਈ ਸੰਗਤਾਂ ਰੁਕ ਜਾਂਦੀਆਂ ਨੇ। ਬਾਣੀ ਨੇ ਗਵਾਹੀ ਦਿੱਤੀ ਹੈ, ਚਾਲੇ ਤੇ ਹਰ ਮਿਲਨ ਕੋ ਵਿਚੈ ਅਟਕਿਓ ਚੀਤ। ਕਹਿੰਦੇ ਕੁਝ ਨਾ ਕੁਝ ਮਿਲ ਗਿਆ ਤੇ ਉੱਥੇ ਫਸ ਗਈ ਬੜੀ ਦੁਨੀਆ, ਰਾਹ 'ਚ ਹੀ ਰੁਕ ਗਏ, ਮੰਜ਼ਿਲ ਤੱਕ ਨਾ ਪਹੁੰਚ ਸਕੇ। ਉਸ ਤੋਂ ਬਾਅਦ ਜ਼ਰੂਰੀ ਹੈ ਅਭਿਆਸ ਕਰਨਾ, ਹਰ ਰੋਜ਼ ਸੰਗਤ ਵਿੱਚ ਜਾਣਾ, ਗੁਰਸਿੱਖਾਂ ਦੀ ਸੰਗਤ ਵਿੱਚ ਬੈਠਣਾ, ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ, ਭਲੇ ਪੁਰਖਾਂ ਦੀ ਸੰਗਤ ਕਰਨੀ। ਜਿਉਂ-ਜਿਉਂ ਆਪਾਂ ਅਭਿਆਸ ਕਰਾਂਗੇ ਨਾ ਗੁਰਮਖੋ, ਵਿਸ਼ਵਾਸ, ਆਭਾਸ, ਉਸ ਤੋਂ ਬਾਅਦ ਅਭਿਆਸ, 3 ਅਵਸਥਾ ਨੂੰ ਜਦੋਂ ਪਾਰ ਕਰ ਜਾਵਾਂਗੇ, ਫਿਰ ਚੌਥੀ ਅਵਸਥਾ ਹੈ, ਉਹਨੂੰ ਕਹਿੰਦੇ ਨੇ ਪ੍ਰਕਾਸ਼। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਪ੍ਰਗਾਸ ਦੀ ਅਵਸਥਾ 'ਚ ਪਹੁੰਚ ਗਿਆ। ਪ੍ਰਕਾਸ਼ ਦਿਵਸ ਮਨਾਉਣਾ ਜਾਂ ਪ੍ਰਕਾਸ਼ ਲੈਣਾ ਹੈ? ਪਹਿਲਾਂ ਵੀ ਕਈ ਵਾਰੀ ਮਨਾਏ ਨੇ ਪ੍ਰਕਾਸ਼ ਦਿਵਸ। ਕਿਤੇ ਇਦਾਂ ਤਾਂ ਨਹੀਂ ਕਿ ਆਪਾਂ ਪ੍ਰਕਾਸ਼ ਦਿਵਸ ਮਨਾਇਆ ਤੇ ਆਪ ਹਨੇਰੇ ਵਿੱਚ ਹੀ ਠੋਕਰਾਂ ਖਾਂਦੇ ਰਹੇ। ਅਰਦਾਸ ਕਰੋ ਸੱਚੇ ਪਾਤਸ਼ਾਹ, ਲਾ ਚਿਣਗ ਆਪਣੇ ਪ੍ਰੇਮ ਦੀ, ਕਰ ਸਾਡੇ ਜੀਵਨ ਵਿੱਚ ਪ੍ਰਕਾਸ਼ ਆ। ਤੇਰੇ ਆਉਣ ਤੋਂ ਬਿਨਾਂ ਸਾਡੇ ਦਿਲ ਵਿੱਚ ਪ੍ਰਕਾਸ਼ ਨਹੀਂ ਹੋਣਾ। ਆ ਸਾਡੇ ਅੰਦਰ ਵਸ।